क्वेश्चन आता है, व्हाट इज इलेक्ट्रोमैग्नेटिक इंडक्शन, एक्सप्लेन द लॉज ऑफ ईएमआई। द phenomenon to generate induced current or induced EMF by changing the magnetic flux linked with the closed circuit। ਕਿਸੇ closed circuit ਵਿੱਚ ਜੋ magnetic flux change ਹੋਏਗਾ ਉਹਦੇ ਨਾਲ ਜੋ ਨਵਾਂ ਕਰੰਟ ਇੰਡਿਊਸ ਹੋ ਰਿਹਾ ਯਾਨੀ ਕਿ ਜੋ ਪ੍ਰੋਡਿਊਸ ਹੋ ਰਿਹਾ ਉਸ ਫੀਨੋਮੇਨਾ ਨੂੰ ਇਹ ਸਾਰੇ ਕੰਮ ਨੂੰ ਕੀ ਬੋਲਦੇ ਆ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਤਾਂ ਦੇਖਿਆ ਜਾਏ ਤਾਂ ਪਹਿਲਾਂ ਸਾਡੇ ਕੋਲ ਸ਼ੁਰੂ ਚ ਕੀ ਆ ਇੱਥੇ ਮੈਗਨੈਟਿਕ એનર્ਜੀ ਇਨ ਦਾ ਫਾਰਮ ਆਫ ਮੈਗਨੇਟਸ ਯਾਨੀ ਕਿ ਮੈਗਨੈਟਿਕ ਫਲਕਸ ਉਹਨੂੰ ਅਸੀਂ ਕਨਵਰਟ ਕਰਨਾ ਕਿਹਦੇ ਚ ਇਲੈਕਟ੍ਰਿਕ એનર્ਜੀ ਦੇ ਵਿੱਚ। ਇਸ ਫੀਨੋਮੇਨਾ ਨੂੰ ਕੀ ਬੋਲਾਂਗੇ ਅਸੀਂ ਈਐਮਆਈ। ਇਟ ਇਜ਼ ਦਾ ਐਗਜ਼ਾਮਪਲ ਆਫ ਲਾਅ ਆਫ ਕੰਜ਼ਰਵੇਸ਼ਨ ਆਫ એનર્ਜੀ। ਸੋ ਅੱਗੇ ਦੇਖੋ ਲਾਅ ਆਫ ਈਐਮਆਈ। laws of EMI governed by Faraday। First law of Faraday। First law ਕੀ ਕਹਿ ਰਿਹਾ ਹੈ, whenever magnetic flux is changed on a circuit, ਕਿਸੇ ਸਰਕਟ ਦੇ ਵਿੱਚੋਂ ਜਿੰਨੀ ਦੇਰ ਤੁਸੀਂ ਮੈਗਨੈਟਿਕ ਫਲਕਸ ਨੂੰ ਚੇਂਜ ਕਰਦੇ ਰਹੋਗੇ ਤਾਂ ਇੱਕ ਇੰਡਿਊਸਡ EMF ਪ੍ਰੋਡਿਊਸ ਹੁੰਦੀ ਰਹੇਗੀ। ਇੰਡਿਊਸਡ ਦਾ ਮਤਲਬ ਮੈਂ ਕਲੀਅਰ ਕਰਾਂਗਾ। ਇੰਡਿਊਸਡ EMF is produced in it and ਅਗਲੀ ਗੱਲ ਹੈ which lasts so long as magnetic flux is changing continuously। ਕਹਿਣ ਦਾ ਮਤਲਬ ਹੈ ਜਦੋਂ ਤੁਸੀਂ ਕਿਸੇ ਮੈਗਨੈਟਿਕ ਫਲਕਸ ਨੂੰ ਚੇਂਜ ਕਰੋਗੇ ਕਿਸੇ ਸਰਕਟ ਵਿੱਚ ਜਾਂ ਕਹ ਲਓ ਕਿਸੇ ਸਰਕਟ ਵਿੱਚ ਜਦ ਤੱਕ ਤੁਸੀਂ ਮੈਗਨੈਟਿਕ ਫਲਕਸ ਚੇਂਜ ਕਰੋਗੇ ਉੱਥੇ ਇੱਕ ਇੰਡਿਊਸਡ EMF ਯਾਨੀ ਕਿ ਪੈਦਾ ਹੋਏਗੀ ਤੇ ਉਹ ਵਾਲੀ ਇੰਡਿਊਸਡ EMF ਉਨੀ ਦੇਰ ਤੱਕ ਪੈਦਾ ਹੁੰਦੀ ਰਹੇਗੀ ਜਿੰਨੀ ਦੇਰ ਤੱਕ ਤੁਸੀਂ ਮੈਗਨੈਟਿਕ ਫਲਕਸ ਚੇਂਜ ਕਰਦੇ ਰਹੋਗੇ। ਕਾਂਸਟੈਂਟ ਮੈਗਨੈਟਿਕ ਫਲਕਸ ਨਾਲ ਇੰਡਿਊਸਡ EMF ਪੈਦਾ ਨਹੀਂ ਜੀ ਹੁੰਦੀ। Faraday's second law। The magnitude of induced EMF in a circuit is directly proportional to the rate of change of magnetic flux in the circuit। of change ਦਾ ਮਤਲਬ derivative of magnetic flux ਹੀ ਕਿਹਾ ਨਾ, ਆ phi b ਲਿਖ ਦੋ d phi by dt। ਇੱਧਰ ਕੀ ਆ ਜਾਏਗਾ E, ਇੰਡਿਊਸਡ EMF ਬੋਲਾਂਗੇ ਜਿਹਨੂੰ ਅਸੀਂ, ਠੀਕ ਆ। ਨਾਲ ਇਹਦੇ ਕਹੇਗਾ ਮਾਈਨਸ ਦਾ ਸਾਈਨ। ਇਹੀ ਫੋਰ 1 ਟਰਨ, ਜੇ ਕੋਇਲ ਦੇ ਵਿੱਚ ਇੱਕ ਟਰਨ ਹੈ ਤਾਂ ਇੱਥੇ 1 ਆ ਗਿਆ ਤਾਂ ਅੱਗੇ 4n ਟਰਨਸ E is equal to minus n d phi over dt। What is Lenz's? According to this law, the direction of induced EMF or induced current ਉਹ always opposite ਹੋਏਗੀ ਜਿਸਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। According to Lenz's law, the direction of induced EMF is such that it always tends to oppose the cause which produces it। ਜਿਸਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ ਉਸੇ ਨੂੰ ਅਪੋਜ਼ ਕਰਨ ਦਾ ਯਤਨ ਕਰੇਗਾ। ਦੇਖੋ ਆਹ ਡਾਇਗਰਾਮ ਐਕਸਪਲੇਨ ਕਰਾਂਗੇ ਇਹਨੂੰ ਐਗਜ਼ਾਮਪਲ ਦੇ ਤੌਰ ਤੇ ਲਿਖਿਆ ਕਹਿੰਦਾ if a magnetic dipole with north pole is being moved towards ਇਸ ਤਰਫ ਲੈ ਕੇ ਆਓ ਇਹਨੂੰ towards the circuit, the direction of induced EMF will be induced EMF will be such that the circuit will have north pole to repel the magnet। ਕਹਿੰਦਾ ਕਿ ਨਾਰਥ ਪੋਲ ਜਿਹੜਾ ਇਹ ਇਸ ਤਰਫ ਆ ਜਾਏਗਾ ਇੱਥੇ, ਠੀਕ ਹੈ। ਇਹ ਨਿਕਲ ਅੱਗੇ ਹੁਣ ਦੂਸਰਾ ਪੁਆਇੰਟ ਨਾਲ ਹੀ ਇਹਦੇ। Similarly, if magnet with north pole is being taken away from the circuit, the direction of induced EMF is such that the circuit will have south pole to attract the magnet। ਕਿਉਂਕਿ ਜਦੋਂ ਅਸੀਂ ਬਾਹਰ ਵੱਲ ਨੂੰ ਆਵਾਂਗੇ ਮੈਗਨੇਟ ਬਾਹਰ ਵੱਲ ਨੂੰ ਲੈ ਕੇ ਆਵਾਂਗੇ ਤਾਂ ਇਹਦੇ ਚੋਂ ਮੈਗਨੈਟਿਕ ਫਲਕਸ ਡਿਕਰੀਜ਼ ਹੋਣ ਦੀ ਕੋਸ਼ਿਸ਼ ਕਰੇਗਾ। ਇਹ ਕਿਹਾ ਹੈ ਕਿ ਮੈਗਨੈਟਿਕ ਫਲਕਸ ਨੂੰ ਚੇਂਜ ਹੋਣ ਤੋਂ ਰੋਕਣ ਲਈ ਇੱਥੇ ਹਮੇਸ਼ਾ ਓਪੋਜ਼ਿਟ ਪੋਲ ਆਏਗਾ। ਹੁਣ ਜੋ ਇੱਥੇ ਨਾਰਥ ਪੋਲ ਆਇਆ ਤੇ ਇੱਥੇ ਸਾਊਥ ਪੋਲ ਆ ਗਿਆ ਤਾਂ ਕੀ ਹੋਏਗਾ, ਇਹ ਫਲਕਸ ਨੂੰ ਚੇਂਜ ਹੋਣ ਤੋਂ ਰੋਕੇਗਾ। ਇਸ ਦੀ ਐਕਸਪਲੇਨੇਸ਼ਨ ਕਿਵੇਂ ਹੈ ਕਿ the above example shows that in each case work has to be done against opposing forces to change magnetic flux and hence to produce EMF।
कहने का मतलब कि ਜਿਹੜੀ ਇੰਡਿਊਸਡ ਈਐਮਐਫ ਪ੍ਰੋਡਿਊਸ ਕਰਨ ਲਈ ਸਾਨੂੰ ਵਰਕ ਕਰਨਾ ਪੈ ਰਿਹਾ। In other words, mechanical energy जो कि work done है spent in changing flux is converted into electrical energy. It is the law of conservation of energy. Hence, Lenz's law is in accordance with the law of conservation of energy. So, यही आज का लेक्चर। सो कल अहीं क्वेश्चन च गल करांगे what is induced current। induced current ਤੇ ਇਹਦੇ ਜਿਹੜੇ ਅੱਗੋਂ ਮੈਥਮੈਟੀਕਲ ਐਕਸਪ੍ਰੈਸ਼ਨ